ਵਾਹਿਗੁਰੂ ਸਾਹਿਬ ਜੀਓ। ਜੰਮਣ ਮਰਨਾ ਤਿਨ ਕੋ ਜੋ ਹਰ ਲੜ ਲਾਗੇ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਪਰਮਾਣੂ ਪਰਜੰਤ ਆਕਾਸੈ ਦੀਪ ਲੋਹ ਸੇ ਖੰਡਣੈ। ਗਾਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧਤ। ਜੀ ਜੰਤ ਸਭ ਸਰਨ ਤੁਮਹਾਰੀ ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ। ਖੰਡਾਂ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਮੂਹ ਸਿੰਘ ਸਾਹਿਬਾਨ, ਕਰਨੀ ਕਮਾਈ ਵਾਲੇ ਮਹਾਂਪੁਰਸ਼ ਅਤੇ ਸਾਰੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਈਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਦੇ ਭਰਾ ਸੰਤ ਬਾਬਾ ਗੁਰਦੀਪ ਸਿੰਘ ਜੀ, ਜਿਹੜੇ ਭਰਾ ਵੀ ਤੇ ਸੰਤ ਵੀ, ਉਹਨਾਂ ਦੇ ਦੁਸਹਿਰੇ 'ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਤਖਤ ਸਾਹਿਬ ਸਾਬਕਾ ਜਥੇਦਾਰ ਸਿੰਘ ਸਾਹਿਬ ਔਰ ਮੌਜੂਦਾ ਸਿੰਘ ਸਾਹਿਬ, ਕਰਨੀ ਕਮਾਈ ਵਾਲੇ ਸੰਪਰਦਾਵਾਂ ਦੇ ਮੁਖੀ ਮਹਾਂਪੁਰਸ਼, ਹੋਰ ਕਿੰਨੇ ਮਹਾਂਪੁਰਸ਼ ਅੱਛੇ ਗੁਰੂ ਪਿਆਰੀਆਂ ਸੰਗਤਾਂ ਅੱਜ ਅਰਦਾਸ ਵਿੱਚ ਸ਼ਾਮਲ ਹੋ ਰਹੀਆਂ ਨੇ। ਬਾਬਾ ਗੁਰਦੀਪ ਸਿੰਘ ਜੀ, ਜਿਨ੍ਹਾਂ ਦਾ 67 ਸਾਲ ਜਿਨ੍ਹਾਂ ਦੀ ਉਮਰ ਕਰੀਬ, ਔਰ ਸਾਰਾ ਜੀਵਨ ਗੁਰੂ ਲੇਖੇ ਲਾਇਆ ਹੈ। ਇਸ ਪਰਿਵਾਰ ਦੇ ਬਜ਼ੁਰਗ ਕਿਸੇ ਸਮੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ, ਅਤੇ ਜਦੋਂ ਇਸ ਪਰਿਵਾਰ 'ਤੇ ਬਖਸ਼ਿਸ਼ ਹੋਈ ਅਤੇ ਜੋ ਉਹਨਾਂ ਦੇ ਘਰ ਆਏ ਉਹਨਾਂ ਨੇ ਨਾਂ ਰੱਖਿਆ ਗੁਰਾਂ ਦਿੱਤਾ। ਗੁਰਾਂ ਦਿੱਤਾ, ਇਹ ਨੌਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਰਿਵਾਰ 'ਤੇ ਬਖਸ਼ਿਸ਼। ਅਤੇ ਵੱਡੇ ਬਜ਼ੁਰਗ ਵੀ, ਉਹਨਾਂ ਦੇ ਵਿੱਚ ਵੀ ਕੀਰਤਨ ਦੀਆਂ ਦਾਤਾਂ ਅਤੇ ਬਖਸ਼ਾਂ ਅਤੇ ਗੁਰੂ ਘਰ ਦੀ ਸੇਵਾ ਬੜੀ ਵੱਡੀ ਉਹਨਾਂ ਦੀ ਸਾਨੂੰ ਦੇਣ ਹੈ। ਸੰਨ 1954 ਦੇ ਵਿੱਚ ਬਾਬਾ ਗੁਰਦੀਪ ਸਿੰਘ ਜੀ ਨੰਗਲ ਜਾਂਗਲਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਉੱਥੇ ਸੰਸਾਰ ਦੇ ਵਿੱਚ ਸਰੀਰ ਕਰਕੇ ਆਏ ਹੈ। ਸਤਿਕਾਰਯੋਗ ਸਾਡੇ ਮਾਤਾ ਜੀ, ਮਾਤਾ ਸਰਜੀਤ ਕੌਰ ਜੀ, ਸਤਿਕਾਰਯੋਗ ਸਾਡੇ ਪਿਤਾ ਬਾਪੂ ਚਰਨ ਸਿੰਘ ਜੀ, ਉਹਨਾਂ ਦੀ ਵੀ ਜਿਹੜੀ ਇੱਕ ਕਮਾਈ, ਉਹ ਸਤਿਗੁਰ ਦੀ ਵੱਡੀ ਬਖਸ਼ਿਸ਼। ਪਿਤਾ ਜੀ ਨੇ ਅੰਤਮ ਸਮੇਂ ਸਰੀਰ ਛੱਡਿਆ ਸੀ 3 ਵਾਰ ਧੰਨ ਗੁਰੂ ਰਾਮਦਾਸ ਕਹਿ ਕੇ। ਰੋਮ ਰੋਮ ਵਿੱਚ ਉਹਨਾਂ ਦੇ ਗੁਰੂ ਰਾਮਦਾਸ ਵਸੇ ਸਨ। 82 ਸਾਲ ਦੀ ਉਮਰ, 92 ਸਾਲ ਦੀ ਉਮਰ ਮਾਤਾ ਜੀ ਚੜ੍ਹਾਈ ਕੀਤੇ। ਆਖਰੀ 6 ਮਹੀਨੇ ਸਿਰਫ ਜਲ ਅਤੇ ਪਾਣੀ 'ਤੇ ਹੀ ਸਮਾਂ ਕੱਢਿਆ ਸੀ ਉਹਨਾਂ ਨੇ, ਪ੍ਰਸ਼ਾਦਾ ਛੱਡ ਦਿੱਤਾ ਸੀ, ਪਰ ਉਹਨਾਂ ਦੀ ਵੱਡੀ ਵੀ ਕਮਾਈ ਸੀ। ਬਾਬਾ ਗੁਰਦੀਪ ਸਿੰਘ ਜੀ ਸਰੀਰ ਕਰਕੇ ਦਾਸ ਤੋਂ 2 ਸਾਲ ਛੋਟੇ ਸਨ, ਔਰ ਬਚਪਨ ਤੋਂ ਹੀ ਉਹਨਾਂ ਦਾ ਜਿਹੜਾ ਜੀਵਨ ਹੈ ਗੁਰੂ ਪਿਆਰੀ ਧਾਰਮਿਕ ਜੀਵਨ ਸੀ। ਸੰਨ 66 ਦੇ ਵਿੱਚ ਬਜ਼ੁਰਗ ਇੱਥੇ ਯੂਪੀ ਮਨਿਆਰ ਖੇੜੇ ਆਏ। ਉਸ ਦੇ ਨਾਲ ਹੀ ਬਹੁਤ ਛੇਤੀ ਸੰਤ ਮਹਾਰਾਜ ਜੀ, ਸ਼੍ਰੀਮਾਨ ਸੰਤ ਬਾਬਾ ਰਿਆਮ ਸਿੰਘ ਜੀ,
ਉਹ ਵੀ सन 66 ਵਿੱਚ ਹੀ ਸਰਵਿਸ ਛੱਡ ਕੇ ਇੱਥੇ ਫਾਰਮ ਤੇ ਆਏ ਸਨ। सन 69 ਦੇ ਵਿੱਚ ਘਰ ਘਰ ਕੀਰਤਨ ਸ਼ੁਰੂ ਆਰੰਭ ਹੋਏ। ਉਹਨਾਂ ਮਹਾਂਪੁਰਸ਼ਾਂ ਦੀਆਂ ਅਸੀਸਾਂ ਬਖਸ਼ਾਂ ਪ੍ਰਾਪਤ ਹੋਈਆਂ। ਉਸ ਤੋਂ ਬਾਅਦ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ सन 73 ਵਿੱਚ ਇੱਥੇ ਆਏ, ਖੁੱਲ੍ਹੇ ਦੀਵਾਨ ਲਾਏ। ਉਹਨਾਂ ਦੇ ਦਰਸ਼ਨ ਤੇ ਅਸੀਸਾਂ ਵੀ ਪ੍ਰਾਪਤ ਕੀਤੀਆਂ। ਬਾਬਾ ਗੁਰਦੀਪ ਸਿੰਘ ਜੀ ਨੇ ਜਿੱਥੇ ਸਾਰਾ ਜੀਵਨ ਹੀ ਗੁਰੂ ਲੇਖੇ ਲਾਇਆ, ਉੱਥੇ ਖਾਸ ਕਰਕੇ ਆਪਣੇ ਜੀਵਨ ਦੇ ਜਿਹੜੇ 45 ਸਾਲ ਨੇ ਉਹ ਕਥਾ ਕੀਰਤਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਔਰ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਜੋੜਿਆ। ਇਹ ਸ਼ਬਦ ਜਿਹੜਾ ਹੈ ਇਹਦੇ ਵਿੱਚ ਪੂਰਨ ਸੱਚਾਈ ਹੈ। ਸੈਂਕੜੇ ਹਜ਼ਾਰਾਂ ਨਹੀਂ ਲੱਖਾਂ, ਮੈਂ ਇੱਕ ਹੀ ਮਿਸਾਲ ਆਪ ਜੀ ਨੂੰ ਦਿਆਂਗਾ। 1999 ਦੀ ਵਿਸਾਖੀ ਜਿਹੜੀ ਸੀ, ਉਸ ਸਮਾਗਮ ਵਿੱਚ ਦਾਸ ਵੀ ਇੱਥੇ ਸੀ। ਅੰਮ੍ਰਿਤ ਛਕਾਉਣ ਵਾਸਤੇ 3 ਪੰਡਾਲ ਲਗਾਏ ਗਏ, ਭਰ ਕੇ ਫਿਰ ਚੌਥਾ ਪੰਡਾਲ ਲਾਇਆ। ਤੇ ਉਸ ਦਿਨ ਇੱਕ ਦਿਨ ਦੇ ਵਿੱਚ ਇਸ ਸਥਾਨ ਤੇ 10,000 ਤੋਂ ਉੱਪਰ ਅੰਮ੍ਰਿਤ ਸੰਚਾਰ ਹੋਇਆ ਸੀ, ਪ੍ਰਾਣੀਆਂ ਨੇ ਛਕਿਆ ਸੀ। ਆਮ ਹਜ਼ਾਰਾਂ, 1000, 1200, 500-700 ਲਗਾਤਾਰ 3-3 ਦੀਵਾਨਾਂ ਵਿੱਚ। ਔਰ ਜਿੱਥੇ ਘੱਟ ਤੋਂ ਘੱਟ ਵੀ ਗੁਰਸਿੱਖ ਸਨ, ਉੱਥੇ ਵੀ ਬਾਬਾ ਗੁਰਦੀਪ ਸਿੰਘ ਜੀ ਪਹੁੰਚੇ ਹੈ। ਔਰ ਉਹਨਾਂ ਨੇ ਲੱਖਾਂ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਤੇ ਸ਼ਬਦ ਗੁਰੂ ਨਾਲ ਜੋੜਿਆ। ਉਹਨਾਂ ਵੱਲੋਂ ਬਣਾਏ ਹੋਏ ਇਹ ਸਥਾਨ सन 88 ਵਿੱਚ ਇਸ ਸਥਾਨ ਦੀ ਸੇਵਾ ਸ਼ੁਰੂ ਹੋਈ ਸੀ। ਗੁਰਦੁਆਰਾ ਈਸ਼ਰ ਪ੍ਰਕਾਸ਼ ਖੁਵੀਆ ਨੰਗਲ। ਔਰ ਇਸ ਦੇ ਨਾਲ ਹੀ ਫਿਰ MP ਵੀ ਵੱਡਾ ਸਥਾਨ ਹੈ, ਮਹਿਲਗੰਜ ਵੀ ਸੇਵਾ ਹੋ ਰਹੀ ਹੈ। ਇਹਨਾਂ ਸਥਾਨਾਂ ਦੀ ਉਹਨਾਂ ਨੇ ਆਪ ਜੀ ਨੇ ਬਹੁਤ ਸੇਵਾ ਕੀਤੀ ਹੈ। ਉਹਨਾਂ ਦਾ ਸਾਰਾ ਜੀਵਨ ਹੀ ਜਿਹੜਾ ਉਹ ਤਾਂ ਅਮਰ ਨੇ। ਔਰ ਉੱਚਾ ਤੇ ਸੁੱਚਾ ਜੀਵਨ ਜਿਹੜਾ ਹੈ, ਇਹਦੀ ਇੱਕ ਉਹਨਾਂ ਦੇ ਜੀਵਨ ਦੀ ਬਹੁਤ ਵੱਡੀ ਮਿਸਾਲ ਹੈ। ਇਹ ਸਥਾਨ, ਇਹ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ, ਮਹਾਂਪੁਰਸ਼ਾਂ ਸੰਗਤਾਂ ਦੀਆਂ ਅਸੀਸਾਂ ਲੈ ਕੇ ਉਹਨਾਂ ਨੇ ਕੀਤੀ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਟਲ ਹੁਕਮ ਆਇਆ, ਜੋ ਕਿ ਆਪ ਜੀਆਂ ਨੇ 24 ਮਈ ਅੰਮ੍ਰਿਤ ਵੇਲੇ 1 ਵਜੇ ਪੰਜਭੂਤ ਸਰੀਰ ਦਾ ਤਿਆਗ ਕੀਤਾ। ਇਸ ਸੰਸਾਰ ਨੂੰ, ਇਸ ਗੁਰੂ ਪਿਆਰੀ ਸੰਗਤ ਨੂੰ, ਇਸ ਪਰਿਵਾਰ ਨੂੰ ਸਰੀਰ ਕਰਕੇ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਉਹ ਜਾ ਬਰਾਜੇ ਹਨ। ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲਿਆਂ ਨੇ ਸਰੀਰ ਛੱਡਣ ਤੋਂ ਪਹਿਲਾਂ ਸਟੇਜ 'ਤੇ ਲੱਖਾਂ ਦੇ ਇਕੱਠ ਵਿੱਚ ਬਚਨ ਕੀਤਾ ਸੀ ਕਿ ਆਰ ਵਿੱਚ ਸੰਗਤ ਹੈ, ਬਹੁਤ ਪਿਆਰੀ ਹੈ, ਪਾਰ ਵਿੱਚ ਮੇਰਾ ਪਿਆਰਾ ਹੈ। ਆਰ ਵਿੱਚ ਸੰਗਤ ਬਹੁਤ ਪਿਆਰੀ ਹੈ, ਪਾਰ ਮੇਰਾ ਪਿਆਰਾ ਹੈ। ਜਦੋਂ ਮੇਰੇ ਪਿਆਰੇ ਦਾ ਹੁਕਮ ਆ ਗਿਆ, ਉਸ ਵੇਲੇ ਮੈਂ ਪਿਆਰੇ ਦਾ ਹੁਕਮ ਨਹੀਂ ਮੋੜ ਸਕਦਾ ਤੇ ਮੈਂ ਇਹ ਸੰਗਤ ਕੋਲੋਂ ਮਾਫੀ ਮੰਗ ਲਵਾਂਗਾ। ਉਸ ਹੁਕਮ ਨੂੰ ਮੰਨਦਿਆਂ ਹੋਇਆਂ ਹੀ ਬਾਬਾ ਗੁਰਦੀਪ ਸਿੰਘ ਜੀ ਨੇ ਵੀ, ਭਾਵੇਂ ਕੋਈ ਚਾਹੁੰਦਾ ਨਹੀਂ ਸੀ, ਪਰ ਉਸ ਵੱਲ ਦਾ ਹੁਕਮ ਮੰਨ ਕੇ 24 ਤਰੀਕ ਅੰਮ੍ਰਿਤ ਵੇਲੇ 1 ਵਜੇ ਪੰਜਭੂਤ ਸਰੀਰ ਦਾ ਜਿਹੜਾ ਤਿਆਗ ਹੈ ਉਹ ਕੀਤਾ। ਅੱਜ ਸਮੂਹ ਸਿੰਘ ਸਾਹਿਬਾਨ, ਕਰਨੀ ਵਾਲੇ ਮਹਾਂਪੁਰਸ਼, ਹੋਰ ਗੁਰਮੁਖ ਪਿਆਰਿਆਂ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਤਨਾਮ ਸਿੰਘ ਜੀ ਨੂੰ ਦਿੱਤੀ ਹੈ। ਉਹਨਾਂ ਨੇ, ਬਾਬਾ ਗੁਰਦੀਪ ਸਿੰਘ ਜੀ ਨੇ ਆਪਣੇ ਹੁੰਦਿਆਂ ਹੀ ਇਹਨਾਂ ਨੂੰ ਜਿੱਥੇ ਚੰਗੀ ਐਜੂਕੇਸ਼ਨ ਦਿੱਤੀ, ਉਹਦੇ ਨਾਲ ਦੇ ਨਾਲ ਹੀ ਧਾਰਮਿਕ ਜੀਵਨ ਜਿਹੜਾ ਸੀ ਉਹਦੀ ਸਤਿਗੁਰ ਤੋਂ ਬਖਸ਼ਿਸ਼ ਹੋਈ ਹੈ। ਭਾਈ ਸਤਨਾਮ ਸਿੰਘ ਜੀ ਨੇ 5 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ, ਕਿਉਂਕਿ ਦਾਸ ਉਸ ਵੇਲੇ ਅੰਮ੍ਰਿਤ ਛਕਾਉਣ ਵਾਲੇ ਜਿਹੜੇ 5 ਪਿਆਰੇ ਸਿੰਘ ਸਨ, ਦਾਸ ਉਹਦੇ ਵਿੱਚ ਸੀ। ਸੈਂਕੜੇ ਪ੍ਰਾਣੀ ਅੰਮ੍ਰਿਤ ਛਕ ਰਹੇ ਸਨ। ਜਦੋਂ ਇਹਨਾਂ ਨੂੰ ਛਕਾਇਆ,
सारे हैरान सन कि 5 साल का बच्चा है तो अंमृत का चूड़ा छक के किन्नी उच्ची फतेह बुलाਉਂਦਾ है। उस वेले तो ही रहत बहत विच ये मेरे परपक रहे हैं, भावें चंगे चंगे स्कूलों में गए, पर सतगुर की जिहड़ी बख्शिश है ये इन्हां उत्ते वड्डी है। और अज जो ये दस्तारां बख्शिश होईयां ने, दस्तारां दस्तार दियां ये जिहड़ियां एक तंदां हन, उन्नियां ही जिम्मेदारियां दियां ये पंडां हन। साध संगत जी, ये वास्ते धन गुरु ग्रंथ साहिब महाराज, समूह महापुरुष और समूह संगत का ही सानू और इन्हां सारिਆਂ ਨੂੰ आसरा है। तुहाडे अगे अरदास है, गुरु ग्रंथ साहिब महाराज किरपा करन, समूह पंथ खालसा, समूह संगत, समूह महापुरुष अपनी सिंह साहिबान इन्हां दी असीसां जिहड़ियां हन इन्हां दे नाल हन। मैं इन्हां नूं कहा भाई सतनाम सिंह जी नूं कि बेटा पहला तू भतीजा सी मेरा, पहला तू भतीजा सी ते हुण तू भरा है, हुण तू बाबा गुरदीप सिंह की जगह है, ते मैं तैनू अपना भरा बाबा गुरदीप सिंह समझांगा। सो सारिया संगतां ने जिन्हां दे अंदर बड़ा प्यार है, क्यों मैं देख रहा पहला समागमां दे अंदर सारिया संगतां हस हस के भज भज के सेवा करदियां सन, पर हुण डौरे पौरे होए सिंह बीबियां अखां चों हंझू सब दे डिगदे ते तैयारियां 10 दिन तो कर रही ने। सो ये वास्ते साडी अरदास है सारियां दी, और जो सेवा पिछले समय के अंदर बहुत सारिया संगतां ने जिम्मेदारी निभाई है, डेरे के स्थान के सिंघां ने भी उन्हां दी हाज़री विच भी, जे लांभे गैर हाज़री तां भी है। ये बेटा सतनाम सिंह अमरीका तो कनेडा तो आके कई महीने इत्थे बाबा गुरदीप सिंह दे नाल अपने पिता दे नाल इत्थे रहिंदे, और उन्हां दे बचनां नूं ग्रहण सदा करदे। जो साडे दमाद ने भाई जतिंदर सिंह जी, जिन्हां नाल जो बेटी जसवंत कौर है, उन्होंने अपने आप नूं दिमाग वाला जड़ा बहुत, क्योंकि दिमाग कोई छोटी गल नहीं, पर वो गुरु घर के निमाणे सेवक हो के रहे हैं। 2 साल तो उन्होंने ना घर का कारोबार देखा, ना परिवार देखा, और कुछ दिन तो मैं समझना कि उन्होंने किते मिनट आराम भी नहीं किया। उन्हां ते सतगुर कृपा करन। उन्हां दे नाल भाई दया सिंह जी MP वाले कई 2 साल तो लगातार घर बार छड्ड के बाबा गुरदीप सिंह दे नाल उन्हां दे नाल साथी रहे हैं। भाई सुखविंदर सिंह पटेरी वाले, उन्हां दी बहुत वड्डी देन सेवा है। सतगुर सच्चे पातशाह कृपा करन। और इस वेले जिथे जिम्मेदारी, क्योंकि भाई सतराम सिंह जी उन्हां दे पिता बाबा गुरदीप सिंह ते संत भी, आम देखा जाए माँ घर की नींह हुंदी है ते पिता घर की छत हुंदी है। दुनियावी तौर पर जिहड़ा परिवार नूं विछोड़ा है, संगतां नूं विछोड़ा है, वो पहाड़ जिड्डा है, पर उसदे नाल साडे कोल गुरु दा आसरा जिहड़ा है, ब्रह्मंडां दे मालक समूह पंथ खालसा ते संगत, ये बहुत वड्डा है। इस करके ये आसरा असीं लैना है, अरदास करनी है। सतगुर सच्चे पातशाह इस भाणा मनण दा सानू बल बख्शे। बाबा गुरदीप सिंह दे घरों जो उन्हां दी जीवन साथी बीबी बलविंदर कौर, भाई सतनाम कौर दे माता जी, इतिहास में देखा जाए सतगुर सच्चे पातशाह दे समय में गुरु के महल, उस बाद महापुरखों के जीवन साथी जदों भी उन्होंने समा आया, उन्होंने भी अपनी जिम्मेदारी ते सेवा निभाई है। बीबी बलविंदर कौर जी ते भी एक बहुत वड्डी जिहड़ी है वो जिम्मेदारी है। सतगुर सच्चे पातशाह कृपा करन ते बल बख्शण ताकि वो अपनियां सारियां जिहड़ियां जिम्मेदारियां हन वो निभा सकन। बाकी रब दे जिहड़े प्यारे हन वो किते भी सिर छड्डण
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ ਕਿ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਝਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਸੋ ਵਾਹਿਗੁਰੂ ਦੇ ਪਿਆਰੇ ਜਿਸ ਧਰਤੀ 'ਤੇ ਵੀ ਸਰੀਰ ਛੱਡਦੇ ਹੈ ਉਹ ਸਦਾ ਹੀ ਸਾਧ ਸੰਗਤ ਜੀ ਅਮਰ ਹਨ। ਇਹਨਾਂ ਸਥਾਨਾਂ ਤੋਂ ਸਦਾ ਹੀ ਆਵਾਜ਼ ਲਗਾਤਾਰ ਆਏਗੀ। ਜੋ ਧਰਮ ਪ੍ਰਚਾਰ ਦੇ ਕੇਂਦਰ ਬਣੇ ਹਨ ਇੱਥੋਂ ਸਦਾ ਹੀ ਆਵਾਜ਼ ਆਏਗੀ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਦਾਸ ਜੋ ਰਤਵਾੜਾ ਸਾਹਿਬ ਵੱਲੋਂ ਮਹਾਂਪੁਰਸ਼ਾਂ ਨੇ ਸੇਵਾ ਬਖਸ਼ੀ, ਔਰ ਦਾਸ ਦੇ ਭਰਾ ਬਾਬਾ ਗੁਰਦੀਪ ਸਿੰਘ ਜੀ ਇੱਕ ਇਸ ਯੂਪੀ ਵਿੱਚ ਹੀ ਨਹੀਂ ਹੋਰ ਸਟੇਟਾਂ ਵਿੱਚ ਵੀ ਸਾਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਨਾਲ ਜੋੜਿਆ। ਉਹਨਾਂ ਦਾ ਵਿਛੋੜਾ ਤਾਂ ਅਸਹਿ ਹੈ, ਪਰ ਜੋ ਸਤਿਗੁਰੂ ਦਾ ਅਟਲ ਹੁਕਮ ਹੈ, ਦਸਮ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਜਦ ਬੇਨਤੀ ਕੀਤੀ ਸੀ ਤੇ ਦਸਮ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਵਚਨ ਕੀਤੇ ਤਾਂ ਤਬ ਸਾਧਰ ਸਾਹਿਬ ਨਿਕਟ ਬਿਠਾਰੇ, ਕਹੀਐ ਸ਼ੋਕ ਨਾ ਕਰੀਐ ਪਿਆਰੇ। ਸਥੂਲ ਸਰੀਰ ਸੰਯੋਗ ਵਿਜੋਗ ਈਸ਼ਰ ਨੇ 14 ਲੋਕ। ਦਸਮ ਪਾਤਸ਼ਾਹ ਨੇ ਕਿਹਾ ਸੀ ਕਿ ਇਹ ਜਿਹੜਾ ਪੰਜ ਤੱਤ ਦਾ ਸਰੀਰ ਸਥੂਲ ਹੈ, ਇਹਦਾ ਸੰਯੋਗ ਹੀ ਵਿਜੋਗ ਹੈ। ਵਿਛੋੜਾ ਸਰੀਰ ਦਾ ਪੈਣਾ, ਗੁਰੂ ਦਾ ਵਿਛੋੜਾ ਕਦੇ ਨਹੀਂ ਪੈਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ 'ਤੇ ਜਿੱਥੇ ਵਿਚਰਦੇ ਸਨ, ਜਦ ਚੱਲਦੇ ਸੰਗਤਾਂ ਕਹਿੰਦੀਆਂ ਸੱਚੇ ਪਾਤਸ਼ਾਹ ਅਸੀਂ ਆਜ ਜੀ ਤੋਂ ਬਗੈਰ ਰਹਿ ਨਹੀਂ ਸਕਦੇ, ਅਤੇ ਸਾਹਿਬ ਦਾ ਹੁਕਮ ਹੈ ਕਿ ਸਦਾ ਹੀ ਜੁੜਨਾ ਅਤੇ ਸ਼ਬਦ ਨਾਲ ਜੁੜੋ, ਸਰੀਰ ਸਦਾ ਨਹੀਂ ਰਹਿੰਦੇ। ਇਸ ਕਰਕੇ ਗੁਰੂ ਸਾਹਿਬਾਂ ਨੇ, ਪੀਰ ਪੈਗੰਬਰਾਂ ਨੇ, ਅਵਤਾਰ ਰਿਸ਼ੀ ਮੁਨੀ ਮਹਾਂਪੁਰਸ਼ਾਂ ਨੇ ਵੀ ਸਮੇਂ ਸਮੇਂ ਸਰੀਰ ਕਰਕੇ ਭਾਣਾ ਵਰਤਾਇਆ। ਉਸ ਅਟਲ ਹੁਕਮ ਨੂੰ ਮੰਨਦੇ ਹੋਇਆਂ ਬਾਬਾ ਗੁਰਦੀਪ ਸਿੰਘ ਜੀ, ਕਿਉਂਕਿ ਭਰਾ ਵੀ ਅਤੇ ਸੰਤ ਵੀ ਸਨ, ਉਹਨਾਂ ਦਾ ਜੀਵਨ ਕਿੰਨਾ ਪਿਆਰਾ। ਮੈਂ ਸਾਰੀ ਸੰਗਤ ਨੂੰ, ਆਏ ਸਿੰਘ ਸਾਹਿਬਾਨ ਅਤੇ ਮਹਾਂਪੁਰਸ਼ਾਂ ਨੂੰ ਵੀ ਜੋ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਤੇ ਤੁਹਾਡਾ ਸਭ ਦਾ ਆਸਰਾ ਹੈ। ਤੁਹਾਡੀਆਂ ਸੀਸਾਂ 'ਤੇ ਆਸਰੇ ਦੇ ਨਾਲ ਇਹ ਭਾਈ ਸਤਨਾਮ ਸਿੰਘ ਜੀ ਜੋ ਹਨ, ਉਹ ਜੋ ਮਹਾਂਪੁਰਸ਼ਾਂ ਵੱਲੋਂ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਪਹਿਲਾਂ ਹੀ ਉਹਨਾਂ ਨੇ ਇਹਨਾਂ ਨੂੰ ਨਿਯੁਕਤ ਕੀਤਾ ਅਤੇ ਦੱਸਿਆ ਸੀ, ਉਹਦੇ ਅਨੁਸਾਰ ਹੀ ਸਾਰੇ ਮਹਾਂਪੁਰਸ਼ਾਂ ਨੇ, ਜੋ ਕਿ ਹੁਣ ਇਸ ਟਰਸਟ ਦੇ ਚੇਅਰਮੈਨ ਵੀ ਹਨ ਔਰ ਮੁਖੀ ਵੀ ਹਨ, ਦਸਤਾਰਬੰਦੀ ਹੋਈ ਹੈ। ਦਾਸ ਸਾਰੇ ਸਿੰਘ ਸਾਹਿਬਾਨ ਆਏ ਮਹਾਂਪੁਰਖਾਂ ਦਾ ਅਤੇ ਸੰਗਤ ਨੂੰ ਸੀਸ ਝੁਕਾਉਂਦਾ ਹੈ ਕਿ ਤੁਸੀਂ ਅੱਜ ਇੱਥੇ ਇਸ ਅਰਦਾਸ ਵਿੱਚ ਆਏ ਹੋ ਅਤੇ ਬਹੁਤ ਵੱਡਾ ਤੁਹਾਡਾ ਆਸਰਾ ਹੈ। ਔਰ ਸਮੂਹ ਜਿਹੜੇ ਇਸ ਸਥਾਨ ਦੇ ਹੋਰ ਸਥਾਨਾਂ ਦੇ ਸੇਵਾਦਾਰ ਹਨ, ਛੋਟੇ ਵੱਡੇ ਸਾਰੇ ਹੀ ਭਾਈ, ਉਹਨਾਂ ਨੇ ਹੁਣ ਬਾਬਾ ਗੁਰਦੀਪ ਸਿੰਘ ਜੀ ਨੂੰ, ਸਾਰੀ ਸੰਗਤ ਨੂੰ ਭਾਈ ਸਤਨਾਮ ਸਿੰਘ ਜੀ ਦੇ ਵਿੱਚੋਂ ਹੀ ਦੇਖਣਾ ਔਰ ਇਹਨਾਂ ਦੇ ਨਾਲ ਪੂਰਾ ਪੂਰਾ ਸਾਥ ਦੇਣਾ ਹੈ। ਦਾਸ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟ ਵਾਰ ਨਮਸਕਾਰ ਕਰਦਾ ਅਤੇ ਅਰਦਾਸ ਕਰਦਾ ਕਿ ਭਾਈ ਸਤਨਾਮ ਸਿੰਘ ਇਹਨਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਦੀਰਘ ਆਜੂ ਬਖਸ਼ਣ, ਦੇ ਰੋਗਤਾ ਬਖਸ਼ਣ, ਅਤੇ ਜੋ ਇਹ ਚਲਾਇਆ ਹੋਇਆ ਧਰਮ ਪ੍ਰਚਾਰ ਦੇ ਕੇਂਦਰ ਹਨ, ਆਪਣੇ ਸੰਤ ਪਿਤਾ ਵਾਂਗੂ ਉਸੇ ਤਰ੍ਹਾਂ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਦੇ ਰਹਿਣ। ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਮੈਂ ਸੀਸ ਝੁਕਾਉਂਦਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।